ਸਿੱਖ ਇਤਿਹਾਸਿਕ ਵਿਰਸੇ ਦੀ ਲੜੀ ਵਿੱਚ ਗੁਲਸ਼ਨ ਕੁਮਾਰ ਜੀ ਪੇਸ਼ ਕਰਦੇ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 300 ਸਾਲਾ ਗੁਰੂ ਗੱਦੀ ਦਿਵਸ ਦੀ ਸ਼ਤਾਬਦੀ ਨੂੰ ਸਮਰਪਿਤ ਦਰਸ਼ਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ। ਤਖਤ ਸੱਚਖੰਡ ਅਬਚਲ ਨਗਰ ਸ਼੍ਰੀ ਹਜ਼ੂਰ ਸਾਹਿਬ ਤੇ ਹੋਰ ਸੰਬੰਧਿਤ ਇਤਿਹਾਸਿਕ ਅਸਥਾਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪੂਜਨਿਕ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਸ਼੍ਰੀ ਆਨੰਦਪੁਰ ਸਾਹਿਬ ਨੂੰ ਤਿਆਗਣ ਤੋਂ ਬਾਅਦ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਗੜ੍ਹੀ ਦੀ ਜੰਗ ਵਿੱਚ ਸ਼ਹੀਦ ਕਰਵਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਖੂਨੀ ਕੰਧਾਂ ਦੀ ਭੇਂਟ ਚੜਾ ਕੇ ਰਸਤੇ ਦੀਆਂ ਮੁਸ਼ਕਿਲਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਤਲਵੰਡੀ ਸਾਬੋ ਵਰਤਮਾਨ ਦਮਦਮਾ ਸਾਹਿਬ ਪਹੁੰਚ ਗਏ। ਦਸ਼ਮੇਸ਼ ਪਿਤਾ ਜੀ ਨੇ ਕਿਹਾ ਸੀ, ਟੈਂਦੇ ਦੇਸ਼ ਦਾ ਕੋਈ ਸਹਾਰਾ ਨਹੀਂ ਸੀ। ਸੀਸ ਪਿਤਾ ਦਾ ਦਿੱਲੀ ਵਿੱਚ ਵਾਰਿਆ ਮੈਂ, ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜ਼ਰੀ। ਜਿਵੇਂ ਗੁਜ਼ਰਿਆ ਵਕਤ ਗੁਜ਼ਾਰਿਆ ਮੈਂ। 4 ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ। ਮੈਨੂੰ ਸ਼ਹਿਨਸ਼ਾਹ ਕਹਿਣ ਦੀ ਲੋੜ ਕੋਈ ਨਹੀਂ, ਕਰਜ਼ ਕੌਮ ਦਾ ਮਸਾਂ ਉਤਾਰਿਆ ਮੈਂ। ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੁਕਾਮ ਉੱਤੇ ਗੁਰੂ ਸਾਹਿਬ ਜੀ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੁਬਾਰਾ ਤਿਆਰ ਕਰਵਾਈ ਤੇ ਉੱਥੋਂ ਆਗਰਾ, ਬੁਰਹਾਨਪੁਰ ਤੇ ਹੋਰ ਕਈ ਜਗ੍ਹਾ ਹੁੰਦੇ ਹੋਏ 11 ਮਹੀਨਿਆਂ ਦੇ ਸਫ਼ਰ ਉਪਰੰਤ ਨੰਦੇੜ ਤੋਂ 40 ਮੀਲ ਪਿੱਛੇ ਬਸਮਤ ਨਗਰ ਦੇ ਅਸਥਾਨ ਤੇ 8 ਦਿਨਾਂ ਦਾ ਪੜਾਅ ਕਰਕੇ ਆਰਾਮ ਕੀਤਾ। ਬਸਮਤ ਨਗਰ ਦੇ ਮੁਕਾਮ ਉੱਤੇ ਆਲੇ ਦੁਆਲੇ ਦੇ ਇਲਾਕੇ ਦੀਆਂ ਸੰਗਤਾਂ ਨੂੰ ਨਿਹਾਲ ਕਰਕੇ ਗੁਰੂ ਜੀ ਦਰਿਆ ਗੋਦਾਵਰੀ ਦੇ ਕਿਨਾਰੇ
ਗੁਰਦੁਆਰਾ ਨਗੀਨਾ ਘਾਟ ਵਾਲੇ ਅਸਥਾਨ ਉੱਤੇ ਆ ਵਿਰਾਜਮਾਨ ਹੋਏ। ਨਗੀਨਾ ਘਾਟ ਤੋਂ ਆਪ ਜੀ ਨੇ ਇੱਕ ਤੀਰ ਛੱਡਿਆ ਜੋ ਇੱਕ ਮਸਜਿਦ ਦੇ ਵਿੱਚ ਜਾ ਲੱਗਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉੱਥੋਂ ਦੀ ਜ਼ਮੀਨ ਦੇ ਮਾਲਕਾਂ ਨੂੰ ਦੱਸਿਆ ਕਿ ਇਹ ਉਹਨਾਂ ਦਾ ਪੁਰਾਣਾ ਤਪ ਅਸਥਾਨ ਹੈ। ਬਾਦਸ਼ਾਹ ਬਹਾਦਰ ਸ਼ਾਹ ਦੇ ਕਹਿਣ ਉੱਤੇ ਮੁੱਲਾ ਮੁਲਾਣੀਆਂ ਨੇ ਉਹ ਅਸਥਾਨ ਮੋਹਰਾਂ ਦੀ ਸ਼ਕਲ ਵਿੱਚ ਕੀਮਤ ਲੈ ਕੇ ਗੁਰੂ ਜੀ ਦੇ ਹਵਾਲੇ ਕਰ ਦਿੱਤਾ। ਖੁਦਵਾਈ ਕਰਵਾਉਣ ਉੱਤੇ 2.5 ਹੱਥ ਜ਼ਮੀਨ ਦੇ ਥੱਲਿਓਂ ਇੱਕ ਕਮੰਡਲ, ਖੜਾਵਾਂ ਤੇ ਇੱਕ ਮਾਲਾ ਨਿਕਲੀ। ਇਸ ਤਰ੍ਹਾਂ ਇਹ ਸਤਯੁਗੀ ਤਪ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸਾਹਿਬ ਪ੍ਰਗਟ ਹੋਇਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ ਉੱਤੇ ਕੁਝ ਸਮਾਂ ਦੀਵਾਨ ਸਜਾਉਂਦੇ, ਆਪਣੇ ਸੂਰਮੇ ਯੋਧਿਆਂ ਦੇ ਕਰਤੱਵ ਦੇਖਦੇ ਤੇ ਸ਼ਿਕਾਰ ਖੇਡਦੇ। ਸਮੇਂ ਅਨੁਸਾਰ ਅਕਾਲ ਪੁਰਖ ਦੀ ਬੰਦਗੀ ਕਰਕੇ ਸੰਤਾਂ ਨੂੰ ਪ੍ਰਭੂ ਭਗਤੀ ਵੱਲ ਪ੍ਰੇਰਦੇ। ਸੂਬਾ ਸਰਹੰਦ ਵਜ਼ੀਰ ਖਾਨ ਦੀ ਸਾਜ਼ਿਸ਼। ਇੱਕ ਦਿਨ ਸ਼ਾਮ ਦੇ ਦੀਵਾਨ ਪਿੱਛੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਵਿਸ਼ਰਾਮ ਕਰਨ ਵਾਲੀ ਕਨਾਤ ਵਿੱਚ ਇਕੱਲੇ ਹੀ ਵਿਰਾਜਮਾਨ ਸਨ ਕਿ ਸੂਬਾ ਸਰਹੰਦ ਵਜ਼ੀਰ ਖਾਨ ਦੇ ਭੇਜੇ ਹੋਏ 2 ਪਠਾਨਾਂ ਗੁਲ ਖਾਨ ਤੇ ਅਤਾਉੱਲਾ ਖਾਨ ਨੇ ਗੁਰੂ ਸਾਹਿਬ ਜੀ ਉੱਤੇ ਮਾਰੂ ਹਮਲਾ ਕਰ ਦਿੱਤਾ। ਗੁਲ ਖਾਨ ਨੇ ਆਪਣੀ ਤੇਜ਼ ਕਟਾਰ ਦਾ ਵਾਰ ਗੁਰੂ ਜੀ ਉੱਤੇ ਕਰਕੇ ਗੁਰੂ ਜੀ ਦੀ ਖੱਬੀ ਵੱਖੀ ਵਿੱਚ ਕਟਾਰ ਖੋਪ ਦਿੱਤੀ। ਗੁਰੂ ਸਾਹਿਬ ਜੀ ਦੇ ਬੜਾ ਡੂੰਘਾ ਜ਼ਖਮ ਆਇਆ। ਗੁਰੂ ਜੀ ਨੇ ਆਪਣੀ ਤਲਵਾਰ ਦੇ ਇੱਕੋ ਵਾਰ ਨਾਲ ਗੁਲ ਖਾਨ ਦਾ ਝਟਕਾ ਕਰ ਦਿੱਤਾ। ਦੌੜਦੇ ਹੋਏ ਅਤਾਉੱਲਾ ਖਾਨ ਨੂੰ ਭਾਈ ਆਲਮ ਸਿੰਘ ਜੀ ਨੇ ਨਰਕਾਂ ਦੇ ਰਾਹ ਤੋੜ ਦਿੱਤਾ। 15 ਦਿਨਾਂ ਤੱਕ ਗੁਰੂ ਜੀ ਦਾ ਇਲਾਜ ਚੱਲਦਾ ਰਿਹਾ। 16ਵੇਂ ਦਿਨ ਗੁਰੂ ਜੀ ਨੇ ਸੰਗਤ ਦਾ ਦਰਬਾਰ ਲਗਾ ਕੇ ਆਪਣੇ ਸਾਰੇ ਸ਼ਸਤਰਾਂ ਦੀ ਨੁਮਾਇਸ਼ ਕੀਤੀ। ਮੁਗਲ ਬਾਦਸ਼ਾਹ ਦੇ ਭੇਜੇ ਹੋਏ ਦੂਤ ਗੁਰੂ ਜੀ ਦੇ ਇੱਕ ਤੀਰ ਕਮਾਨ ਨੂੰ ਵੇਖ ਕੇ ਬੜੇ ਹੈਰਾਨ ਹੋਏ। ਗੁਰੂ ਜੀ ਨੇ ਉਸ ਤੀਰ ਕਮਾਨ ਨੂੰ ਚੁੱਕ ਕੇ ਆਪਣੇ ਜਿਸਮ ਦਾ ਪੂਰਾ ਤਾਣ ਲਗਾ ਕੇ ਚਿੱਲਾ ਚੜਾਇਆ ਤਾਂ ਗੁਰੂ ਜੀ ਦੇ ਜ਼ਖਮ ਦੇ ਟਾਂਕੇ ਮੁੜ ਖੁੱਲ ਗਏ। ਇਲਾਜ ਦੇ ਬਾਵਜੂਦ ਖਰਾਬੀ ਹੁੰਦੀ ਵੇਖ ਕੇ ਗੁਰੂ ਜੀ ਨੇ ਆਪਣਾ ਅੰਤਿਮ ਸਮਾਂ ਭਾਂਪ ਕੇ ਸਿੱਖ ਸੰਗਤ ਨੂੰ ਉਪਦੇਸ਼ ਦਿੰਦਿਆਂ ਵਚਨ ਕੀਤੇ ਕਿ ਖਾਲਸਾ ਜੀ, ਸਾਡਾ ਹੁਣ ਅੰਤਿਮ ਸਮਾਂ ਆ ਪਹੁੰਚਿਆ ਹੈ। ਜਨਮ ਮਰਨ ਕਾਦਰ ਦੀ ਕੁਦਰਤ ਦਾ ਖੇਲ ਹੈ। ਆਪਨੇ ਹਿੰਮਤ ਨਹੀਂ ਹਾਰਨੀ। ਪੂਜਾ ਪਾਠ, ਨਿਤਨੇਮ ਤੇ ਰਹਿਤ ਮਰਿਆਦਾ ਵਿੱਚ ਪੱਕੇ ਰਹਿਣਾ। ਜਿੱਥੇ ਵੀ 5 ਸਿੰਘ ਇਕੱਠੇ ਹੋ ਕੇ ਯਾਦ ਕਰਨਗੇ, ਮੈਂ ਉਹਨਾਂ ਦੇ ਅੰਗ ਸੰਗ ਹੋਵਾਂਗਾ। ਗੁਰੂ ਜੀ ਦੇ ਵਚਨ ਸੁਣ ਕੇ ਸਾਰੀ ਸੰਗਤ ਬੜੀ ਨਿਰਾਸ਼ ਹੋ ਗਈ ਤੇ ਗੁਰੂ ਜੀ ਨੂੰ ਆਪਣੇ ਦਿਲ ਦੀ ਗੱਲ ਆਖਦਿਆਂ ਬੇਨਤੀ ਕੀਤੀ ਕਿ ਸੰਗਤ ਦੀ ਰੱਖਿਆ ਕੌਣ ਕਰੇਗਾ। ਤਾਂ ਗੁਰੂ ਜੀ ਨੇ ਫਰਮਾਇਆ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਕਹੇ ਸੇਵਕ ਜਨ ਮਾਣੇ, ਪ੍ਰਥਕ ਗੁਰੂ ਨਿਸਤਾਰੇ। ਇਸ ਤੋਂ ਉਪਰੰਤ ਗੁਰੂ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ 5 ਪੈਸੇ ਤੇ ਇੱਕ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਸਰਬਤ ਖਾਲਸਾ ਪੰਥ ਨੂੰ ਜੁਗੋਂ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਂਦਿਆਂ ਵਚਨ ਕੀਤੇ। ਆਗਿਆ ਭਈ ਅਕਾਲ ਕੀ, ਤਭੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। आज्ञा भई अकाल की, तब चलायो पंथ, सब सिखन को हुक्म है, गुरु मानियो ग्रंथ। आज्ञा भई अकाल की, तब चलायो पंथ, सब सिखन को हुक्म है, गुरु मानियो ग्रंथ। आज्ञा भई अकाल की।
ग्रंथ जी मानियो प्रगट गुरां की देह। गुरु ग्रंथ जी मानियो प्रगट गुरां की देह। जो प्रभु को मिल बोझ है खोज शब्द में ले। जो प्रभु को मिल बोझ है खोज शब्द में ले। गुरु ग्रंथ जी मानियो प्रगट गुरां की देह। गुरु ग्रंथ जी मानियो प्रगट गुरां की देह। जो प्रभु को मिल बोझ है खोज शब्द में ले। जो प्रभु को मिल बोझ है खोज शब्द में ले। बोले सो निहाल। बोले सो निहाल। सब सिखन को हुक्म है गुरु मानियो ग्रंथ। आज्ञा भई अकाल की तब चलायो पंथ। सब सिखन को हुक्म है गुरु मानियो ग्रंथ। आज्ञा भई अकाल की। राज करेगा खालसा आकी रहे न कोई। राज करेगा खालसा आके रहे न कोई। पार हुए सब मिलेंगे बचे शरण जो होए। पार हुए सब मिलेंगे बचे शरण जो होए। राज करेगा खालसा आकी रहे न कोई। राज करेगा खालसा आके रहे न कोई। पार हुए सब मिलेंगे बचे शरण जो होए। पार हुए सब मिलेंगे बचे शरण जो होए। बोले सो निहाल। बोले सो निहाल। सब सिखन को हुक्म है गुरु मानियो ग्रंथ। आज्ञा भई अकाल की तब चलायो पंथ। गुरु ग्रंथ जी मानियो प्रगट गुरां की दे। जो प्रभ को मिलवो चहें खोज शबत मैं ले। आज्ञा पई अकाल की। आज्ञा पई अकाल की तबै चलायो पंथ। सब सिखन को हुक्म है गुरु मानियो ग्रंथ। सब सिखन को हुक्म है। गुरु मानियो ग्रंथ। इस तो बाद वाक लिया गया सुई मोहल्ला पंजवा। अब चल नगर गोविंद गुरु का नाम जपत सुख पाया राम। अब चल नगर गोविंद गुरु का नाम जपत सुख पाया राम। अब चल नगर गोविंद गुरु का नाम जपत सुख पाया राम। अब चल नगर गोविंद गुरु का नाम जपत सुख पाया राम। 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 अब चल नगर गोविंद गुरु का नाम जपत सुख पाया राम। अब चल नगर गोविंद गुरु का
नाम जपत सुख पाया राम। नाम जपत सुख पाया राम, नाम जपत सुख पाया राम। नाम जपत सुख पाया राम, नाम जपत सुख पाया राम। अब चल नगर गोविंद गुरु का नाम जपत सुख पाया राम। अब चल नगर गोविंद गुरु का नाम जपत सुख पाया राम। मन इच्छे से ही फल पाए, मन इच्छे से ही फल पाए, करते आप वसाया राम। अब चल नगर गोविंद गुरु का नाम जपत सुख पाया राम। अब चल नगर गोविंद गुरु का नाम जपत सुख पाया राम। नाम जपत सुख पाया राम, नाम जपत सुख पाया राम। नाम जपत सुख पाया राम, नाम जपत सुख पाया राम। अब चल नगर गोविंद गुरु का नाम जपत सुख पाया राम। अब चल नगर गोविंद गुरु का नाम जपत सुख पाया राम। करते आप वसाया, सर्व सुख पाया। करते आप वसाया, सर्व सुख पाया। पुत पाई सुख विगासे, अब चल नगर गोविंद गुरु का नाम जपत सुख पाया राम। अब चल नगर गोविंद गुरु का नाम जपत सुख पाया राम। नाम जपत सुख पाया राम, नाम जपत सुख पाया राम। नाम जपत सुख पाया राम, नाम जपत सुख पाया राम। अब चल नगर गोविंद गुरु का नाम जपत सुख पाया राम। अब चल नगर गोविंद गुरु का नाम जपत सुख पाया राम। गुण गावे पूरन परमेश्वर, गुण गावे पूरन परमेश्वर, कारज आया रासे। अब चल नगर गोविंद गुरु का नाम जपत सुख पाया राम। अब चल नगर गोविंद गुरु का नाम जपत सुख पाया राम। नाम जपत सुख पाया राम, नाम जपत सुख पाया राम। नाम जपत सुख पाया राम, नाम जपत सुख पाया राम। अब चल नगर गोविंद गुरु का नाम जपत सुख पाया राम। अब चल नगर गोविंद गुरु का नाम जपत सुख पाया राम।
प्रताप स्वामी आपे रखा, प्रताप स्वामी आपे रखा, आप पिता आप माया। अब चलन गुरु गोविंद गुरु का नाम जपत सुख पाया राम। अब चल नगर गोविंद गुरु का नाम जपत सुख पाया राम। नाम जपत सुख पाया राम, नाम जपत सुख पाया राम। 7 ਅਕਤੂਬਰ 1708 ਈਸਵੀ ਨੂੰ ਕਤਕ ਸੁਦੀ ਪੰਜਵੀਂ ਵਾਲੇ ਦਿਨ ਗੁਰੂ ਜੀ ਨੇ ਬੜਾ ਭਾਰੀ ਦੀਵਾਨ ਸਜਾ ਕੇ 4 ਘੰਟੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ੇ ਤੇ ਰਾਤ ਦੇ 1 ਵਜੇ ਪਰਲੋਕ ਪਿਆਨਾ ਕਰ ਗਏ। ਗੁਰਦੁਆਰਾ ਗੋਬਿੰਦ ਬਾਗ ਵਾਲੇ ਅਸਥਾਨ ਤੋਂ 200 ਮਣ ਚੰਦਨ ਦੀ ਲੱਕੜੀ ਮੰਗਵਾਈ ਗਈ ਤੇ ਗੁਰੂ ਜੀ ਦਾ ਅੰਗੀਠਾ ਬਣਾ ਕੇ ਸੁਪਰਦੇ ਆਤਿਸ਼ ਕੀਤਾ ਗਿਆ। ज्योति ज्योत रली संपूर्ण थिया ज्योति ज्योत रली संपूर्ण थिया सूरज किरण मिले सूरज किरण मिले जल का जल हुआ राम, जल का जल हुआ राम। ज्योति ज्योत रली संपूर्ण थिया राम। ज्योति ज्योत रली संपूर्ण थिया राम। ब्रह्म की से ब्रह्म सुनिए एक एक बखानिए ब्रह्म की से ब्रह्म सुनिए एक एक बखानिए आत्म सारा करण हारा प्रभु बिना नहीं जानिए आत्म सारा करण हारा प्रभु बिना नहीं जानिए प्रभु बिना नहीं जानिए प्रभु बिना नहीं जानिए ज्योति ज्योत रली संपूर्ण थिया राम। ज्योति
पाप कारण किया। बिनवंत नानक सेई जाने, जिनि हर रस पिया। बिनवंत नानक सेई जाने, जिनि हर रस पिया। जिनि हर रस पिया। जिनि हर रस पिया। ज्योति ज्योत गली संपूर्ण दिया। ज्योति ज्योत गली संपूर्ण दिया। सूरज किरण। ਇਹ ਅਸਥਾਨ ਦਸ਼ਮੇਸ਼ ਪਿਤਾ ਦਾ ਅੰਗੀਠਾ ਹੈ। ਦਸ਼ਮੇਸ਼ ਪਿਤਾ ਦਾ ਅੰਤਿਮ ਸੰਸਕਾਰ ਇਸੇ ਅਸਥਾਨ ਉੱਤੇ ਕੀਤਾ ਗਿਆ। ਇੱਕ ਛੋਟੀ ਕਿਰਪਾਨ ਗੁਰੂ ਜੀ ਦੇ ਅੰਗੀਠੇ ਵਿੱਚੋਂ ਪ੍ਰਾਪਤ ਹੋਈ ਸੀ, ਜਿਸ ਦੇ ਦਰਸ਼ਨ ਸੰਗਤਾਂ ਨੂੰ ਰਾਤ ਦੇ ਦੀਵਾਨ ਮਗਰੋਂ ਕਰਵਾਏ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਸੱਚਖੰਡ ਗਮਨ ਉਪਰੰਤ ਗੁਰਦੁਆਰਾ ਰਤਨਗੜ੍ਹ ਸਾਹਿਬ ਵਾਲੇ ਅਸਥਾਨ ਉੱਤੇ ਇੱਕ ਉਦਾਸੀ ਸਾਧੂ ਨੂੰ ਗੁਰੂ ਸਾਹਿਬ ਦੇ ਘੋੜੇ ਉੱਤੇ ਅਸਵਾਰ ਦੀਦਾਰ ਹੋਏ। ਤਖਤ ਸੱਚਖੰਡ ਸ਼੍ਰੀ ਅਬਚਲ ਨਗਰ ਨੰਦੇੜ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦਗਾਰ ਸਨ 1832 ਈਸਵੀ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਰਕਾਰੇ ਖਾਲਸਾ ਦੇ ਸਮੇਂ ਕਰਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰਦੁਆਰਾ ਹੀਰਾ ਘਾਟ। ਇਹ ਅਸਥਾਨ ਨੰਦੇੜ ਸ਼ਹਿਰ ਤੋਂ 8-9 ਕਿਲੋਮੀਟਰ ਦੀ ਦੂਰੀ ਉੱਤੇ ਗੋਦਾਵਰੀ ਨਦੀ ਦੇ ਕਿਨਾਰੇ ਸਥਿਤ ਹੈ। ਇਸ ਅਸਥਾਨ ਉੱਤੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਗੁਰੂ ਜੀ ਦੇ ਦਰਬਾਰ ਵਿੱਚ ਇੱਕ ਕੀਮਤੀ ਹੀਰਾ ਲੈ ਕੇ ਆ ਹਾਜ਼ਰ ਹੋਇਆ। ਗੁਰੂ ਸਾਹਿਬ ਜੀ ਨੇ ਉਹ ਹੀਰਾ ਨਦੀ ਵਿੱਚ ਸੁੱਟ ਦਿੱਤਾ। ਬਾਦਸ਼ਾਹ ਬੜਾ ਹੈਰਾਨ ਹੋਇਆ। ਹੀਰਾ ਪੇਂਟ ਕਰਨਾ ਤੇ ਇੱਕ ਬਹਾਨਾ ਸੀ। ਦਰਅਸਲ ਬਾਦਸ਼ਾਹ ਗੁਰੂ ਸਾਹਿਬ ਜੀ ਨੂੰ ਕਹਿਣਾ ਚਾਹੁੰਦਾ ਸੀ ਕਿ ਪੰਜਾਬ ਫਤਿਹ ਕਰਨ ਵਾਲੇ ਬੰਦਾ ਬਹਾਦਰ ਨੂੰ ਵਾਪਸ ਬੁਲਾ ਲਿਆ ਜਾਏ। ਗੁਰੂ ਜੀ ਅੰਤਰਜਾਮੀ ਸਨ। ਗੁਰੂ ਜੀ ਨੇ ਮੁਗਲ ਬਾਦਸ਼ਾਹ ਨੂੰ ਲਾਜਵਾਬ ਕਰਕੇ ਨਦੀ ਵਿੱਚੋਂ ਹਜ਼ਾਰਾਂ ਹੀਰੇ ਜਵਾਹਰਾਤ ਪ੍ਰਗਟ ਕਰਕੇ ਵਿਖਾਏ। ਇਸ ਕਰਕੇ ਇਸ ਅਸਥਾਨ ਦਾ ਨਾਂ ਗੁਰਦੁਆਰਾ ਹੀਰਾ ਘਾਟ ਰੱਖਿਆ ਗਿਆ। ਗੁਰਦੁਆਰਾ ਸ਼ਿਕਾਰ ਘਾਟ। ਗੋਦਾਵਰੀ ਨਦੀ ਦੇ ਕਿਨਾਰੇ ਇੱਕ ਹੋਰ ਬਹੁਤ ਸੁੰਦਰ ਤੇ ਪਵਿੱਤਰ ਗੁਰਦੁਆਰਾ ਸ਼੍ਰੀ ਸ਼ਿਕਾਰ ਘਾਟ ਸਾਹਿਬ ਹੈ। ਇਸ ਅਸਥਾਨ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਰਗੋਸ਼ ਦੀ ਜੂਨ ਭੋਗ ਰਹੇ ਮੂਲੇ ਖੱਤਰੀ ਦਾ ਉਧਾਰ ਕੀਤਾ ਸੀ। ਮੂਲੇ ਖੱਤਰੀ ਦੀ ਬੜੀ ਦਿਲਚਸਪ ਕਹਾਣੀ ਹੈ। ਕਹਿੰਦੇ ਹੈ ਕਿ ਸਿਆਲਕੋਟ ਸ਼ਹਿਰ ਨੂੰ ਆਪਣੀ ਕਰਾਮਾਤੀ ਸ਼ਕਤੀ ਦੁਆਰਾ ਪੀਰ ਹਮਜ਼ਾ ਗੌਸ ਬਰਬਾਦ ਕਰਨਾ ਚਾਹੁੰਦਾ ਸੀ। ਅਚਾਨਕ
श्री गुरु नानक देव जी महाराज सियालकोट शहर पहुंचे ਤੇ ਉਹਨਾਂ ਨੇ ਆਪਣੀ ਰੂਹਾਨੀ ਸ਼ਕਤੀ ਦੁਆਰਾ ਪੀਰ ਦੇ ਅਸਥਾਨ ਗੁੰਬਦ ਨੂੰ ਗਿਰਾ ਦਿੱਤਾ। ਪੀਰ ਗੁਰੂ ਜੀ ਦੀ ਅਜ਼ਮਤ ਅੱਗੇ ਝੁਕ ਗਿਆ। ਪੀਰ ਨੇ ਗੁਰੂ ਜੀ ਨੂੰ ਕਿਹਾ ਕਿ ਸਿਆਲਕੋਟ ਸ਼ਹਿਰ ਵਿੱਚ ਸਾਰੇ ਬੁਰੇ ਆਦਮੀ ਰਹਿੰਦੇ ਹਨ, ਭਲਾ ਕੋਈ ਨਹੀਂ। ਗੁਰੂ ਸਾਹਿਬ ਨੇ ਪ੍ਰੀਖਿਆ ਲਈ। ਮਰਦਾਨੇ ਨੂੰ 1 ਟਕਾ ਦੇ ਕੇ ਕਿਹਾ ਕਿ ਸੱਚ ਤੇ ਝੂਠ ਖਰੀਦ ਲਿਆਵੇ। ਸਭ ਨੇ ਮਰਦਾਨੇ ਨੂੰ ਟਰਕਾ ਦਿੱਤਾ। ਮੂਲੇ ਖੱਤਰੀ ਨੇ ਮਰਦਾਨੇ ਨੂੰ ਕਾਗਜ਼ ਉੱਤੇ ਲਿਖ ਦਿੱਤਾ ਕਿ ਮਰਨਾ ਸੱਚ ਤੇ ਜੀਣਾ ਝੂਠ। ਮੂਲਾ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਬਣ ਕੇ ਉਹਨਾਂ ਦੇ ਸੰਗ ਜਾਂਦਾ ਰਿਹਾ। ਗੁਰੂ ਜੀ ਪੂਰਬੀ ਭਾਰਤ ਵਿੱਚ ਸਨ ਕਿ ਮੂਲੇ ਨੂੰ ਉਸ ਦੀ ਪਤਨੀ ਦਾ ਸੰਦੇਸ਼ ਮਿਲਿਆ ਕਿ ਉਹ ਘਰ ਵਾਪਸ ਆ ਜਾਵੇ। ਮੂਲਾ ਮੋਹ ਦਾ ਖਿੱਚਿਆ ਹੋਇਆ ਵਾਪਸ ਪਰਤ ਆਇਆ। ਇੱਕ ਵਾਰੀ ਗੁਰੂ ਜੀ ਫੇਰ ਸਿਆਲਕੋਟ ਗਏ ਤੇ ਮੂਲੇ ਦੀ ਪੁੱਛ ਪੜਤਾਲ ਕਰਦੇ ਉਸ ਦੇ ਘਰ ਪਹੁੰਚ ਗਏ। ਮੂਲੇ ਦੀ ਪਤਨੀ ਨੇ ਗੁਰੂ ਜੀ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਮੂਲਾ ਘਰ ਨਹੀਂ ਹੈ। ਮੂਲਾ ਪਿਛਲੀ ਕੋਠੜੀ ਵਿੱਚ ਗੁਹਾੜੀ ਲਾਗੇ ਛਿਪ ਗਿਆ। ਉਸ ਨੂੰ ਗੁਹਾੜੀ ਵਿੱਚੋਂ ਸੱਪ ਨੇ ਡੰਗ ਲਿਆ। ਮੂਲਾ ਮਰ ਗਿਆ। ਹਜ਼ਾਰ ਯਤਨ ਕੀਤੇ ਤੇ ਗੁਰੂ ਸਾਹਿਬ ਦੇ ਤਰਲੇ ਵੀ ਕੀਤੇ ਕਿ ਮੂਲੇ ਨੂੰ ਮੁਆਫ ਕਰਕੇ ਜ਼ਿੰਦਾ ਕੀਤਾ ਜਾਵੇ, ਪਰ ਗੁਰੂ ਜੀ ਨੇ ਫਰਮਾਇਆ ਕਿ ਉਹਨਾਂ ਦੀ ਜੋਤ 10ਵੇਂ ਜਾਮੇ ਵਿੱਚ ਪ੍ਰਗਟ ਹੋ ਕੇ ਆਏਗੀ ਤੇ ਖਰਗੋਸ਼ ਦੀ ਜੂਨ ਭੁਗਤ ਰਹੇ ਮੂਲੇ ਦਾ ਉਧਾਰ ਕਰੇਗੀ। ਸੋ ਗੁਰੂ ਗੋਬਿੰਦ ਸਿੰਘ ਜੀ ਗੋਦਾਵਰੀ ਨਦੀ ਦੇ ਕੰਢੇ ਸ਼ਿਕਾਰ ਖੇਡ ਰਹੇ ਸਨ। ਉਹਨਾਂ ਨੇ ਇੱਕ ਖਰਗੋਸ਼ ਦਾ ਸ਼ਿਕਾਰ ਕੀਤਾ। ਖਰਗੋਸ਼ ਵਿੱਚੋਂ ਪ੍ਰਵਾਸ ਕਰਦੀ ਹੋਈ ਮੂਲੇ ਖੱਤਰੀ ਦੀ ਰੂਹ ਨੇ ਪੁਕਾਰਿਆ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਯਾਦ ਦਾ ਸੂਚਕ ਦਰਸ਼ਨ ਕਰੋ, ਗੁਰਦੁਆਰਾ ਸ਼ਿਕਾਰ ਘਾਟ। ਗੁਰਦੁਆਰਾ ਮਾਤਾ ਸਾਹਿਬ ਕੌਰ ਜੀ। ਇਹ ਗੁਰਦੁਆਰਾ ਸਾਹਿਬ ਵੀ ਗੋਦਾਵਰੀ ਨਦੀ ਦੇ ਕੰਢੇ ਉੱਤੇ ਸਥਿਤ ਹੈ। ਇਸ ਸਥਾਨ ਉੱਤੇ ਮਾਤਾ ਸਾਹਿਬ ਕੌਰ ਜੀ ਵਿਰਾਜਦੇ ਸਨ। ਕਾਫੀ ਦੇਰ ਮਾਤਾ ਜੀ ਨੇ ਇਸੇ ਸਥਾਨ ਉੱਤੇ ਸਮਾਧੀ ਲਗਾ ਕੇ ਤਪ ਕੀਤਾ। ਗੁਰੂ ਜੀ ਸਾਰੇ ਦਿਨ ਦੇ ਕੰਮਕਾਜ ਤੋਂ ਵਿਹਲੇ ਹੋ ਕੇ ਇੱਥੇ ਹੀ ਲੰਗਰ ਛਕਦੇ। ਇਸੇ ਸਥਾਨ ਉੱਤੇ ਸਿੱਖ ਸੰਗਤ ਨੂੰ ਮਾਤਾ ਸਾਹਿਬ ਕੌਰ ਜੀ ਗੁਰੂ ਦਾ ਲੰਗਰ ਵਰਤਾਉਂਦੇ। ਆਪਣੇ ਅੰਤਿਮ ਸਮੇਂ ਗੁਰੂ ਸਾਹਿਬ ਜੀ ਨੇ ਸਾਹਿਬ ਕੌਰ ਜੀ ਨੂੰ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਭੇਜ ਦਿੱਤਾ। ਮਾਤਾ ਜੀ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਦੇ ਦਰਸ਼ਨ ਕਿਵੇਂ ਹੋਣਗੇ। ਤਾਂ ਗੁਰੂ ਜੀ ਨੇ ਸਾਹਿਬ ਕੌਰ ਜੀ ਨੂੰ ਜੰਗੀ ਸ਼ਸਤਰ ਦੇਂਦਿਆਂ ਵਚਨ ਕੀਤੇ ਕਿ ਇਹਨਾਂ ਸ਼ਸਤਰਾਂ ਵਿੱਚੋਂ ਤੁਹਾਨੂੰ ਮੇਰਾ ਦੀਦਾਰ ਹੋ ਜਾਏਗਾ। ਮਾਤਾ ਸਾਹਿਬ ਕੌਰ ਜੀ ਦੇ ਤਪ ਸਥਾਨ ਉੱਤੇ ਸੁਸ਼ੋਭਿਤ ਹੈ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ। ਇਹ ਜੰਗੀ ਸ਼ਸਤਰ ਮਾਤਾ ਸੁੰਦਰੀ ਗੁਰਦੁਆਰਾ ਦਿੱਲੀ ਵਿਖੇ ਪ੍ਰਦਰਸ਼ਿਤ ਹਨ। ਗੁਰਦੁਆਰਾ ਨਗੀਨਾ ਘਾਟ। ਇਹ ਗੁਰਦੁਆਰਾ ਸਾਹਿਬ ਵੀ ਗੋਦਾਵਰੀ ਨਦੀ ਦੇ ਕਿਨਾਰੇ ਤਖਤ ਸੱਚਖੰਡ ਸਾਹਿਬ ਤੋਂ ਇੱਕ ਫਰਲਾਂਗ ਦੇ ਫਾਸਲੇ ਉੱਤੇ ਸਥਿਤ ਹੈ। ਇੱਕ ਵਾਰੀ ਗੁਰੂ ਜੀ ਆਪਣਾ ਦਰਬਾਰ ਸਜਾ ਕੇ ਗੋਦਾਵਰੀ ਨਦੀ ਦੇ ਕਿਨਾਰੇ ਸੁਸ਼ੋਭਿਤ ਸਨ ਕਿ ਇੱਕ ਵਣਜਾਰੇ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਇੱਕ ਅਨਮੋਲ ਨਗੀਨਾ ਭੇਂਟ ਕੀਤਾ। ਗੁਰੂ ਜੀ ਨੇ ਵਣਜਾਰੇ ਨੂੰ ਨਿਮਰਤਾ ਦੀ ਪ੍ਰੇਰਣਾ ਦੇਣ ਖਾਤਰ ਨਗੀਨਾ ਨਦੀ ਵਿੱਚ ਵਗਾ ਮਾਰਿਆ। ਜਦੋਂ ਵਣਜਾਰੇ ਨੇ ਕਿਹਾ ਕਿ ਇਹ ਨਗੀਨਾ ਬੜਾ ਕੀਮਤੀ ਸੀ ਤਾਂ ਗੁਰੂ ਜੀ ਨੇ ਉਸ ਵਣਜਾਰੇ ਸਿੱਖ ਨੂੰ ਵਗਦੀ ਨਦੀ ਵਿੱਚੋਂ ਬੇਗਿਣਤ ਕੀਮਤੀ ਨਗੀਨਿਆਂ ਦੇ ਦਰਸ਼ਨ ਕਰਵਾ ਕੇ
ਉਸ ਦਾ ਭਰਮ ਤੋੜਿਆ। ਗੁਰਦੁਆਰਾ ਨਗੀਨਾ ਘਾਟ ਇਸੇ ਘਟਨਾ ਦੀ ਯਾਦਗਾਰ ਬਣੀ ਹੋਈ ਹੈ। ਗੁਰਦੁਆਰਾ ਸੰਗਤ ਸਾਹਿਬ ਤੇ ਗੁਰਦੁਆਰਾ ਮਾਲ ਟੀਕਰੀ ਸਾਹਿਬ। ਗੁਰਦੁਆਰਾ ਸੰਗਤ ਸਾਹਿਬ ਦਰਿਆ ਗੋਦਾਵਰੀ ਦੇ ਨੇੜੇ ਬ੍ਰਹਮਪੁਰੀ ਮੁਹੱਲੇ ਵਿੱਚ ਸਥਿਤ ਹੈ। ਇਸ ਅਸਥਾਨ ਉੱਤੇ ਗੁਰੂ ਜੀ ਨੇ ਖਾਲਸਾ ਫੌਜਾਂ ਤੇ ਬਹਾਦਰ ਸ਼ਾਹ ਦੀਆਂ ਮੁਗਲ ਫੌਜਾਂ ਨੂੰ ਤਨਖਾਹਾਂ ਤਕਸੀਮ ਕੀਤੀਆਂ ਸਨ। ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਨੂੰ ਭੇਜ ਕੇ ਮਾਲ ਟੀਕਰੀ ਸਾਹਿਬ ਵਾਲੇ ਅਸਥਾਨ ਤੋਂ ਸੋਨੇ ਦੀਆਂ ਮੋਹਰਾਂ ਮੰਗਵਾ ਕੇ ਢਾਲਾਂ ਪਾਰ-ਪਾਰ ਵੰਡੀਆਂ ਸਨ। ਗੁਰਦੁਆਰਾ ਮਾਲ ਟੀਕਰੀ ਵਾਲੇ ਅਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦਾ ਦੱਬਿਆ ਖਜ਼ਾਨਾ ਪਿਆ ਸੀ। ਜਿਸ ਢਾਲ ਨਾਲ ਤਨਖਾਹਾਂ ਵੰਡੀਆਂ ਸਨ, ਉਹ ਢਾਲ ਸੰਗਤਾਂ ਦੇ ਦਰਸ਼ਨਾਂ ਲਈ ਅਜੇ ਵੀ ਮੌਜੂਦ ਹੈ। ਭਾਗੋ ਜੀ। ਇਹ ਬੁੰਗਾ ਗੁਰਦੁਆਰਾ ਸੱਚਖੰਡ ਸਾਹਿਬ ਦੇ ਬਿਲਕੁਲ ਨਾਲ ਚੜ੍ਹਦੇ ਪਾਸੇ ਨੂੰ ਸਥਿਤ ਹੈ। ਬਹਾਦਰ ਮਾਈ ਭਾਗੋ ਸ਼੍ਰੀ ਗੁਰੂ ਦਸ਼ਮੇਸ਼ ਜੀ ਦੇ ਪਾਵਨ ਕਰ ਕਮਲਾਂ ਦੁਆਰਾ ਅੰਮ੍ਰਿਤ ਪਾਨ ਕਰਕੇ ਤਿਆਰ ਬਰ ਤਿਆਰ ਸਿੰਘਣੀ ਸੱਜ ਗਈ ਸੀ। ਉਸਨੇ ਭਾਈ ਮਹਾ ਸਿੰਘ ਅਤੇ ਉਸ ਦੇ 40 ਸਾਥੀਆਂ ਸਮੇਤ ਖਿਦਰਾਣੇ ਦੀ ਢਾਬ ਸ਼੍ਰੀ ਮੁਕਤਸਰ ਸਾਹਿਬ ਸੂਬਾ ਸਰਹੰਦ ਦੀ ਮੁਗਲ ਫੌਜ ਨਾਲ ਇੱਕ ਤਕੜੀ ਜੰਗ ਕੀਤੀ ਸੀ। ਇਸ ਜੰਗ ਵਿੱਚ 40 ਮੁਕਤੇ ਸ਼ਹੀਦੀ ਪ੍ਰਾਪਤ ਕਰ ਗਏ ਸਨ, ਪਰ ਮਾਈ ਭਾਗ ਕੌਰ ਜੀ ਜ਼ਖਮੀ ਹੋ ਗਏ ਸਨ। ਗੁਰੂ ਦਸ਼ਮੇਸ਼ ਪਿਤਾ ਜੀ ਨੇ ਮਰਮ ਪੱਟੀ ਕਰਵਾ ਕੇ ਇਹਨਾਂ ਨੂੰ ਠੀਕ ਕੀਤਾ। ਉਸ ਦਿਨ ਤੋਂ ਦੱਖਣ ਵਿੱਚ ਮਾਈ ਭਾਗੋ ਜੀ ਗੁਰੂ ਸਾਹਿਬ ਜੀ ਦੇ ਨਾਲ ਹੀ ਵਿਚਰਦੇ ਰਹੇ। ਬੁੰਗੇ ਵਾਲੇ ਅਸਥਾਨ ਤੇ ਇਹ ਤਪ ਕਰਦੇ ਹੁੰਦੇ ਸਨ। ਬਾਅਦ ਵਿੱਚ ਇਹ ਪ੍ਰਚਾਰਕ ਬਣ ਕੇ ਜਨਵਾੜਾ ਬਿਦਰ ਦੇ ਨੇੜੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਉੱਥੇ ਵੀ ਇਹਨਾਂ ਦਾ ਤਪ ਸਥਾਨ ਬਣਿਆ ਹੋਇਆ ਹੈ। ਉੱਥੇ ਹੀ ਇਹ ਪਰਲੋਕ ਸਿਧਾਰੇ ਤੇ ਉੱਥੋਂ ਇਹਨਾਂ ਦੇ ਅੰਗੀਠੇ ਦੀ ਰਾਖ ਲਿਆ ਕੇ ਤਖਤ ਸੱਚਖੰਡ ਸਾਹਿਬ ਦੇ ਨੇੜੇ ਬੁੰਗੇ ਵਾਲੇ ਅਸਥਾਨ ਤੇ ਦਫਨ ਕੀਤੀ ਗਈ ਸੀ। ਉਸੇ ਦੀ ਸਿਮਰਤੀ ਹੈ ਇਹ ਬੁੰਗਾ ਮਾਤਾ ਭਾਗ ਕੌਰ ਜੀ। ਅੰਗੀਠਾ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ। ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਸੀਸ ਭੇਂਟ ਕਰਕੇ ਅੰਮ੍ਰਿਤ ਪਾਨ ਕਰਨ ਵਾਲੇ 5 ਪਿਆਰਿਆਂ ਵਿੱਚੋਂ ਸਨ। ਇਹਨਾਂ ਦੋਨਾਂ ਸਿੰਘਾਂ ਨੇ ਗੜੀ ਚਮਕੌਰ ਦੀ ਜੰਗ ਲੜੀ। ਚਮਕੌਰ ਦੀ ਜੰਗ ਵਿੱਚ 5 ਪਿਆਰਿਆਂ ਵਿੱਚੋਂ 35 ਸਿੰਘਾਂ ਦੇ ਨਾਲ 3 ਪਿਆਰੇ ਵੀ ਸ਼ਹੀਦੀ ਜਾਮ ਪੀ ਗਏ। ਪਰ ਦਇਆ ਸਿੰਘ ਤੇ ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਤ ਸਿੰਘ ਤੇ ਭਾਈ ਸੰਗਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਥਕ ਹੁਕਮ ਸੁਣਾਉਂਦਿਆਂ ਗੜੀ ਵਿੱਚੋਂ ਨਿਕਲਣ ਦਾ ਆਦੇਸ਼ ਦਿੱਤਾ ਸੀ। ਗੜੀ ਵਿੱਚੋਂ ਨਿਕਲਦਿਆਂ ਰਾਤ ਦੇ ਹਨੇਰੇ ਵਿੱਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਗੁਰੂ ਸਾਹਿਬ ਨਾਲੋਂ ਵਿਛੜ ਗਏ ਸਨ, ਪਰ ਮਾਛੀਵਾੜੇ ਆ ਕੇ ਦੁਬਾਰਾ ਮਿਲ ਗਏ। ਇਹਨਾਂ ਦੋਨਾਂ ਨੂੰ ਦੀਨਾ ਕਾਂਗੜ ਮਾਲਵੇ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਨਾਂ ਦੀ ਚਿੱਠੀ ਦੇ ਕੇ ਮੁਗਲ ਬਾਦਸ਼ਾਹ ਔਰੰਗਜ਼ੇਬ ਕੋਲ ਦੱਖਣ ਵੱਲ ਨੂੰ ਭੇਜਿਆ ਸੀ। ਇਹਨਾਂ ਦੋਨਾਂ ਨੇ ਜ਼ਫਰ ਜਾਲ ਕੇ ਚਿੱਠੀ ਔਰੰਗਜ਼ੇਬ ਨੂੰ ਪਹੁੰਚਾਈ ਤੇ ਫਿਰ ਰਾਜਸਥਾਨ ਦੇ ਇਲਾਕੇ ਵਿੱਚ ਗੁਰੂ ਜੀ ਨੂੰ ਆ ਮਿਲੇ। ਉਸ ਉਪਰੰਤ ਨੰਦੇੜ ਹਜ਼ੂਰ ਸਾਹਿਬ ਤੱਕ ਭਾਈ ਧਰਮ ਸਿੰਘ ਤੇ ਦਇਆ ਸਿੰਘ ਗੁਰੂ ਸਾਹਿਬ ਜੀ ਦੇ ਅੰਤਿਮ ਦਿਨਾਂ ਤੱਕ ਨਾਲ-ਨਾਲ ਹੀ ਰਹੇ। ਪਰਲੋਕ ਸਿਧਾਰਨ ਉਪਰੰਤ
ਇਹਨਾਂ ਦੋਨਾਂ ਸਿੰਘਾਂ ਦੇ ਅੰਗੀਠੇ ਤਖਤ ਸੱਚਖੰਡ ਸਾਹਿਬ ਜੀ ਦੇ ਇਹਾਤੇ ਵਿੱਚ ਮਾਈ ਭਾਗੋ ਦੇ ਬੁੰਗੇ ਦੇ ਨੇੜੇ ਬਣੇ ਹੋਏ ਹਨ। ਗੁਰਦੁਆਰਾ ਬੰਦਾ ਘਾਟ। ਇਹ ਗੁਰਦੁਆਰਾ ਜਗਤ ਪ੍ਰਸਿੱਧ ਹੈ। ਬੰਦਾ ਸਿੰਘ ਬਹਾਦਰ, ਜਿਹੜਾ ਕਸ਼ਮੀਰ ਦਾ ਰਹਿਣ ਵਾਲਾ ਰਾਜਪੂਤ ਸੀ, ਉਹ ਵੈਰਾਗੀ ਬਣ ਕੇ ਗੋਦਾਵਰੀ ਨਦੀ ਦੇ ਕਿਨਾਰੇ ਜੰਗਲਾਂ ਵਿੱਚ ਰਿਹਾ ਸੀ। ਜਾਦੂ ਟੋਣਿਆਂ ਦੇ ਵਹਿਮਾਂ ਭਰਮਾਂ ਵਿੱਚ ਪੈ ਕੇ ਤਿਆਗੀ ਬਣ ਚੁੱਕਿਆ ਸੀ, ਕਿਉਂਕਿ ਜਵਾਨੀ ਵਿੱਚ ਸ਼ਿਕਾਰ ਕਰਦਿਆਂ ਉਸ ਤੋਂ ਇੱਕ ਗਰਭਵਤੀ ਹਿਰਨੀ ਮਾਰੀ ਗਈ ਸੀ। ਉਸ ਦੀ ਤੜਪ ਨੇ ਲਛਮਣ ਦਾਸ ਮਾਧੋ ਦਾਸ ਨੂੰ ਵੈਰਾਗੀ ਬਣਾ ਦਿੱਤਾ ਸੀ। ਇੱਕ ਦਿਨ ਉਹ ਕਿਧਰੇ ਗਿਆ ਹੋਇਆ ਸੀ ਤਾਂ ਗੁਰੂ ਸਾਹਿਬ ਨਦੀ ਦੇ ਕਿਨਾਰੇ ਵਿਚਰਦੇ ਉਸ ਦੇ ਡੇਰੇ ਜਾ ਕੇ ਉਸ ਦੇ ਪਲੰਗ ਤੇ ਵਿਰਾਜਮਾਨ ਹੋ ਗਏ। ਜਦੋਂ ਵੈਰਾਗੀ ਵਾਪਸ ਪਰਤਿਆ ਤਾਂ ਉਸਨੇ ਗੁਰੂ ਜੀ ਉੱਤੇ ਕਰਾਮਾਤੀ ਪ੍ਰਭਾਵ ਪਾਉਣਾ ਚਾਹਿਆ, ਪਰ ਗੁਰੂ ਜੀ ਨੇ ਉਸ ਦੀਆਂ ਕਰਾਮਾਤਾਂ ਮਾਤ ਪਾ ਦਿੱਤੀਆਂ। ਜਦੋਂ ਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ ਤੂੰ ਕੌਣ ਹੈ, ਤਾਂ ਉਸਨੇ ਜਵਾਬ ਦਿੱਤਾ, ਮੈਂ ਆਪ ਜੀ ਦਾ ਬੰਦਾ ਹਾਂ। ਗੁਰੂ ਜੀ ਨੇ ਵਚਨ ਕੀਤੇ, ਤਾਂ ਫਿਰ ਕੰਮ ਵੀ ਬੰਦਿਆਂ ਵਾਲੇ ਕਰਿਆ ਕਰ। ਥੋੜੇ ਦਿਨਾਂ ਵਿੱਚ ਹੀ ਬੰਦਾ ਅੰਮ੍ਰਿਤ ਪਾਨ ਕਰਕੇ ਸਿੰਘ ਸੱਜਿਆ ਤੇ ਬੰਦਾ ਬਹਾਦਰ ਦੇ ਨਾਂ ਨਾਲ ਪੁਕਾਰਿਆ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ 5 ਤੀਰ, ਇੱਕ ਤੀਰ ਕਮਾਨ, ਇੱਕ ਨਗਾੜਾ, ਇੱਕ ਨਿਟ ਕਰਕੇ 20 ਖਾੜਕੂ ਸਿੰਘ ਨਾਲ ਦੇ ਕੇ ਛੋਟੇ ਸਾਹਿਬਜ਼ਾਦਿਆਂ ਦਾ ਸੂਬਾ ਸਰਹੰਦ ਤੋਂ ਬਦਲਾ ਲੈਣ ਲਈ ਪੰਜਾਬ ਭੇਜਿਆ। ਉਸ ਨੇ ਪੰਜਾਬ ਆਉਂਦਿਆਂ ਜੰਗਜੂ ਸਿੰਘਾਂ ਦਾ ਇੱਕ ਤਕੜਾ ਜੱਥਾ ਬਣਾ ਕੇ ਗੁਰੂਮਾਰੀ ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ ਤੇ ਜ਼ਾਲਿਮ ਸੂਬਾ ਸਰਹੰਦ ਨੂੰ ਮਾਰ ਮੁਕਾਇਆ। ਉਸ ਨੇ ਪੰਜਾਬ ਵਿੱਚ ਪਹਿਲਾ ਸਿੱਖ ਰਾਜ ਕਾਇਮ ਕਰਕੇ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਦੇਵ ਜੀ ਦੇ ਨਾਂ ਦਾ ਸਿੱਕਾ ਚਲਾਇਆ। ਸੰਨ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ 740 ਸਿੰਘਾਂ ਸਮੇਤ ਭੁੱਖੇ ਪਾਣੇ ਗੜੀ ਗੁਰਦਾਸ ਨੰਗਲ ਵਿੱਚੋਂ ਮੁਗਲ ਫੌਜ ਨੇ ਗ੍ਰਿਫਤਾਰ ਕਰ ਲਿਆ। (725) ਸਿੰਘਾਂ ਨੂੰ ਬੜੀ ਬੇਰਹਿਮੀ ਨਾਲ ਫਰਕ ਸਈਅਰ ਬਾਦਸ਼ਾਹ ਨੇ ਚਾਂਦਨੀ ਚੌਕ ਦਿੱਲੀ ਵਿਖੇ ਸ਼ਹੀਦ ਕਰਵਾਇਆ। ਬੰਦਾ ਬਹਾਦਰ ਤੇ ਉਸ ਦੇ 4 ਸਾਲ ਦੇ ਬੱਚੇ ਨੂੰ 15 ਸਿੰਘਾਂ ਸਮੇਤ ਮਹਿਰੋਲੀ ਕਸਬੇ ਵਿੱਚ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਪਵਿੱਤਰ ਗੁਰਦੁਆਰਾ ਬੰਦਾ ਘਾਟ ਉਸੇ ਜਵਾਂ ਮਰਦ ਬੰਦਾ ਸਿੰਘ ਬਹਾਦਰ ਦੀ ਮਿੱਠੀ ਯਾਦਗਾਰ ਵਜੋਂ ਸਥਿਤ ਹੈ। ਗੁਰਦੁਆਰਾ ਬਾਉਲੀ ਦਮਦਮਾ ਸਾਹਿਬ। ਇਹ ਅਸਥਾਨ ਮਹਾਰਾਜਾ ਰਣਜੀਤ ਸਿੰਘ ਯਾਤਰੀ ਨਿਵਾਸ ਦੇ ਨਜ਼ਦੀਕ ਹੈ। ਪੁਰਾਣੇ ਸਮਿਆਂ ਵਿੱਚ ਹੋਲੇ ਮਹੱਲੇ ਦੇ ਜਲੂਸ ਤਾਂ ਸੰਗਤਾਂ ਨੂੰ ਇੱਥੇ ਚਾਹ ਪਾਣੀ ਪਿਲਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਾਈਆਂ ਜਾਂਦੀਆਂ ਸਨ। ਗੁਰਦੁਆਰਾ ਨਾਨਕਸਰ। ਬਿਦਰ ਜਾਂਦੇ ਸਮੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਸਥਾਨ ਉੱਤੇ ਇੱਕ ਬੇਰੀ ਦੇ ਬ੍ਰਿਕਸ਼ ਹੇਠਾਂ 9 ਦਿਨ 9 ਘੜੀਆਂ ਵਿਰਾਜਮਾਨ ਹੋਏ ਸਨ। ਇੱਥੇ ਗੁਰੂ ਜੀ ਨੇ ਇੱਕ ਕੋੜੀ ਨੂੰ ਵੀ ਰਾਜ਼ੀ ਕੀਤਾ ਸੀ। ਸਥਾਨਿਕ ਸੰਗਤਾਂ ਦੇ ਕਹਿਣ ਤੇ ਗੁਰੂ ਜੀ ਨੇ ਇੱਥੇ ਇੱਕ ਜਲ ਦਾ ਸੋਮਾ ਪ੍ਰਗਟ ਕੀਤਾ ਸੀ। ਨੰਦੇੜ ਵਿਖੇ ਇੱਕ ਹੋਰ ਇਤਿਹਾਸਿਕ ਅਸਥਾਨ ਨਾਨਕਪੁਰੀ ਸਾਹਿਬ ਹੈ। ਇੱਥੇ ਗੁਰੂ ਜੀ ਨੇ ਜੋਗੀਆਂ ਤੇ ਸਿੱਧਾਂ ਨਾਲ ਗੋਸ਼ਟੀ ਕੀਤੀ ਸੀ। ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ ਸੰਗਤਾਂ ਦੇ ਦਰਸ਼ਨਾਂ ਲਈ ਇੱਥੇ ਸੁਸ਼ੋਭਿਤ ਹਨ। ਗੁਰਦੁਆਰਾ ਸ਼੍ਰੀ ਲੰਗਰ ਸਾਹਿਬ।
ਇਹ ਗੁਰਦੁਆਰਾ ਨਗੀਨਾ ਘਾਟ ਰੋਡ ਉੱਤੇ ਸੱਚਖੰਡ ਸਾਹਿਬ ਤੋਂ 1 ਫਰਲਾਂਗ ਦੇ ਫਾਸਲੇ ਉੱਤੇ ਸਥਿਤ ਹੈ। ਇਸ ਦੀ ਸਥਾਪਤੀ ਸੰਤ ਬਾਬਾ ਨਿਦਾਨ ਸਿੰਘ ਜੀ ਮਹਾਰਾਜ ਨੇ 1924 ਵਿੱਚ ਕੀਤੀ ਸੀ। ਕਿਹਾ ਜਾਂਦਾ ਹੈ ਕਿ ਬਾਬਾ ਨਿਦਾਨ ਸਿੰਘ ਜੀ ਨੰਦੇੜ ਵਿਖੇ ਕਈ ਸਾਲ ਸੱਚਖੰਡ ਸਾਹਿਬ ਦੀ ਸੇਵਾ ਕਰਦੇ ਰਹੇ। ਉਹ ਲੰਗਰ ਦੀ ਸੇਵਾ ਕਰਦੇ, ਪਰਕਰਮਾ ਦੀ ਸਫਾਈ ਕਰਦੇ ਤੇ ਆਈਆਂ ਗਈਆਂ ਸੰਗਤਾਂ ਨੂੰ ਗਰਮੀ ਦੇ ਮੌਸਮ ਵਿੱਚ ਠੰਡਾ ਜਲ ਛਕਾਉਂਦੇ। ਗੁਰੂ ਦਸ਼ਮੇਸ਼ ਜੀ ਦੀ ਯਾਦ ਉਹਨਾਂ ਨੇ ਆਪਣੇ ਦਿਲ ਵਿੱਚ ਵਸਾ ਲਈ ਸੀ। ਦਿਨ ਰਾਤ ਉਹਨਾਂ ਨੂੰ ਦਰਸ਼ਨਾਂ ਦੀ ਤਾਂਘ ਰਹਿੰਦੀ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਨਾ ਹੋਏ। ਮਾਯੂਸ ਹੋ ਕੇ ਇੱਕ ਦਿਨ ਬਾਬਾ ਜੀ ਪੰਜਾਬ ਨੂੰ ਪਰਤਣ ਖਾਤਰ ਸਟੇਸ਼ਨ ਦੇ ਲਾਗੇ ਸਮਾਧੀ ਲਗਾ ਕੇ ਬੈਠ ਗਏ। ਅੱਧੀ ਰਾਤ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੀਲੇ ਘੋੜੇ ਉੱਤੇ ਅਸਵਾਰ ਹੋ ਕੇ ਬਾਬਾ ਨਿਦਾਨ ਸਿੰਘ ਜੀ ਨੂੰ ਆਪਣੇ ਦਰਸ਼ਨਾਂ ਦੁਆਰਾ ਨਿਹਾਲ ਕੀਤਾ ਤੇ ਹੁਕਮ ਕੀਤਾ ਕਿ ਬਾਬਾ ਜੀ ਨਗੀਨਾ ਘਾਟ ਲਾਗੇ ਜਾ ਕੇ ਲੰਗਰ ਚਲਾਓ। ਉਸ ਦਿਨ ਤੋਂ ਬਾਬਾ ਜੀ ਨੇ ਅਤੁੱਟ ਲੰਗਰ ਵਰਤਾਇਆ। ਭਾਵੇਂ ਸੰਤ ਬਾਬਾ ਨਿਦਾਨ ਸਿੰਘ ਜੀ ਅਗਸਤ 1947 ਵਿੱਚ ਗੁਰਪੂਰੀ ਸਿਧਾਰ ਗਏ, ਪਰ ਉਹਨਾਂ ਦਾ ਸਥਾਪਿਤ ਕੀਤਾ ਹੋਇਆ ਲੰਗਰ ਸੰਗਤਾਂ ਦੀ ਸੇਵਾ ਕਰਕੇ ਦਸ਼ਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਹਾ ਹੈ। ਇਸੇ ਲਈ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਲੰਗਰ ਸਾਹਿਬ ਰੱਖਿਆ ਗਿਆ ਹੈ। ਗੁਰਦੁਆਰਾ ਭਜਨਗੜ੍ਹ ਸਾਹਿਬ, ਇਹ ਗੁਰਦੁਆਰਾ ਵੀ ਦਰਿਆ ਜਮਨਾ ਦੇ ਕਿਨਾਰੇ ਨਗੀਨਾ ਘਾਟ ਗੁਰਦੁਆਰਾ ਸਾਹਿਬ ਦੇ ਨੇੜੇ ਸਥਿਤ ਹੈ। ਇਸ ਸਥਾਨ ਉੱਤੇ ਸੰਤ ਬਾਬਾ ਅਤਰ ਸਿੰਘ ਜੀ, ਸੰਤ ਬਾਬਾ ਨੰਦ ਸਿੰਘ ਜੀ, ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਤੇ ਹੋਰ ਕਈ ਮਹਾਂਪੁਰਖਾਂ ਨੇ ਤਪੱਸਿਆ ਕਰਕੇ ਇਸ ਪਵਿੱਤਰ ਸਥਾਨ ਨੂੰ ਉਜਾਗਰ ਕੀਤਾ ਹੈ। ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ, ਇਸ ਸਥਾਨ ਉੱਤੇ ਹੋਲੇ ਮੁਹੱਲੇ, ਦੁਸ਼ਹਿਰੇ ਤੇ ਹੋਰ ਅਵਸਰਾਂ ਉੱਤੇ ਨਿਹੰਗ ਸਿੰਘ ਆ ਕੇ ਆਪਣੇ ਘੋੜੇ ਬੰਨ੍ਹਦੇ ਹਨ ਤੇ ਵਿਸ਼ਰਾਮ ਕਰਦੇ ਹਨ। ਇਹ ਸਥਾਨ ਗੁਰਦੁਆਰਾ ਬੰਦਾ ਘਾਟ ਦੇ ਬਿਲਕੁਲ ਲਾਗੇ ਹੈ। ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ, ਜਿਹੜੀਆਂ ਸੰਗਤਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੀਆਂ ਹਨ, ਉਹ ਬਿਦਰ ਸ਼ਹਿਰ ਵਿਖੇ 200 ਮੀਲ ਦਾ ਸਫ਼ਰ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਿੱਠੀ ਯਾਦਗਾਰ ਗੁਰਦੁਆਰਾ ਨਾਨਕ ਝੀਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਦੀਆਂ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਸ਼੍ਰੀਲੰਕਾ ਨੂੰ ਜਾਂਦੇ ਹੋਏ ਇਸ ਸਥਾਨ ਉੱਤੇ ਪਧਾਰੇ ਸਨ। ਉਹਨਾਂ ਨੇ ਆਪਣੇ ਪਊਏ ਨਾਲ ਇੱਕ ਪੱਥਰ ਨੂੰ ਪਰਾਂ ਹਟਾ ਕੇ ਠੰਡੇ ਤੇ ਮਿੱਠੇ ਜਲ ਦਾ ਚਸ਼ਮਾ ਪ੍ਰਗਟ ਕੀਤਾ ਸੀ, ਜੋ ਅੱਜ ਤੱਕ ਸੰਗਤਾਂ ਨੂੰ ਅੰਮ੍ਰਿਤ ਪ੍ਰਦਾਨ ਕਰ ਰਿਹਾ ਹੈ। ਸਤਿਗੁਰਾਂ ਬਿਦਰੀ ਦੇ ਬਾਗ ਜਗਾਏ, ਸ਼ਾਹ ਅਸ਼ਰਫ ਦੇ ਭਰਮ ਮਿਟਾਏ। सतगुरु बिदर दे भाग जगाए, शाह अशरफ दे भरम मिटाए। ਰਹਿਮਤ ਕੀਤੀ ਚਰਨ ਸੁਹਾਇਆ ਵਿੱਚ ਪਹਾੜਾਂ ਦੇ। ਪਾਣੀ ਛਮ ਛਮ, ਪਾਣੀ ਛਮ ਛਮ, ਪਾਣੀ ਛਮ ਛਮ ਕਰਦਾ ਆਇਆ। विच पहाड़ा दे, ਪਾਣੀ ਛਮ ਛਮ ਕਰਦਾ ਆਇਆ ਵਿੱਚ ਪਹਾੜਾਂ ਦੇ। ਬਾਲਾ ਸੁੰਦਰ ਚੌਰ ਚੁਲਾਵੇ, ਮਰਦਾਨਾ ਰੱਬੀ ਜਸ ਗਾਵੇ। ਜਦ ਰਬਾਬ ਦੀਆਂ ਛੇੜੀਆਂ ਤਾਰਾਂ ਪ੍ਰਗਟ ਹੋਈਆਂ ਜਲਦੀਆਂ ਤਾਰਾਂ।
छम पानी छम छम पानी छम छम करता आया बिच पहाड़ा दे पानी छम छम करता आया बिच पहाड़ा दे नानकी जी दा वीरा रूप इराही गैर गंभीरा लाई समाधि पेख फकीरा नाम पाखिया नानक जीरा नाम पाखिया नानक जीरा नाम पाखिया नानक जीरा चलते कर्म कमाया बिच पहाड़ा दे पानी छम छम पानी छम छम करता आया बिच पहाड़ा दे पानी छम छम करता आया बिच पहाड़ा दे इस मुबारक ਸਥਾਨ ਉੱਤੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਹ ਸਰਫ ਨਾਲ ਮੁਲਾਕਾਤ ਹੋਈ ਸੀ। ਸ਼੍ਰੀ ਹਜ਼ੂਰ ਸਾਹਿਬ ਤੋਂ ਗੁਰਦੁਆਰਾ ਨਾਨਕ ਚੀਰਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਂਦੀਆਂ ਸੰਗਤਾਂ ਦੇ ਲੰਗਰ ਪਾਣੀ ਦੀ ਸੇਵਾ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਇੱਕ ਬਹੁਤ ਹੀ ਸੁੰਦਰ ਗੁਰਦੁਆਰਾ ਲੰਗਰ ਸਾਹਿਬ ਦੇ ਬਾਬਿਆਂ ਵੱਲੋਂ ਕਾਇਮ ਕੀਤਾ ਗਿਆ ਹੈ। ਗੁਰਦੁਆਰਾ ਗੁਪਤਸਰ ਸਾਹਿਬ ਮਨਮਾੜ। ਇਹ ਗੁਰਦੁਆਰਾ ਸਾਹਿਬ ਦਿੱਲੀ ਬੰਬੇ ਮੇਨ ਲਾਈਨ ਤੇ ਮਨਮਾੜ ਸ਼ਹਿਰ ਵਿੱਚ ਸੁਸ਼ੋਭਿਤ ਹੈ। ਦਸ਼ਮੇਸ਼ ਪਿਤਾ ਜੀ ਨੇ ਬਾਲਾ ਰਾਓ ਤੇ ਰੁਸਤਮ ਰਾਓ ਦੇ ਸ਼ਾਹੀ ਕੈਦੀਆਂ ਨੂੰ ਸਤਾਰੇ ਦੇ ਕਿਲੇ ਵਿੱਚੋਂ ਸੋਹਣੇ ਨੀਲੇ ਦੀਆਂ ਰਕਾਬਾਂ ਫੜਾ ਕੇ ਆਜ਼ਾਦ ਕਰਵਾ ਕੇ ਇਸ ਸਥਾਨ ਤੇ ਲਿਆਂਦਾ ਸੀ। ਇਹ ਪਵਿੱਤਰ ਯਾਦਗਾਰ ਸੰਤ ਬਾਬਾ ਨਿਦਾਨ ਸਿੰਘ ਜੀ ਨੇ ਸਰਬਤ ਖਾਲਸੇ ਦੀ ਸਹਾਇਤਾ ਨਾਲ ਕਾਇਮ ਕੀਤੀ। ਸ਼੍ਰੀ ਹਜ਼ੂਰ ਸਾਹਿਬ ਜਾਣ ਆਉਣ ਵਾਲੀਆਂ ਸੰਗਤਾਂ ਨੂੰ ਰੇਲਵੇ ਸਟੇਸ਼ਨ ਮਨਮਾੜ ਉੱਤੇ ਗੁਰੂ ਦਾ ਲੰਗਰ ਵਰਤਾਇਆ ਜਾਂਦਾ ਹੈ।
ਸਿੰਘ ਸਾਹਿਬ ਜਥੇਦਾਰ ਕੁਲਵੰਤ ਸਿੰਘ ਜੀ ਦਾ ਸੰਗਤਾਂ ਪ੍ਰਤੀ ਸਪੈਸ਼ਲ ਸੰਦੇਸ਼। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 300 ਸਾਲਾ ਗੁਰੂ ਗੱਦੀ ਦਿਵਸ ਦੀ ਸ਼ਤਾਬਦੀ ਨੂੰ ਸਮਰਪਿਤ।